हेलो एवरीवन। नेक्स्ट अपना चैप्टर है प्रोडक्ट प्लानिंग एंड डेवलपमेंट। ठीक है, ਹੁਣ प्रोडक्ट प्लानिंग ਕੀ ਹੁੰਦੀ ਹੈ। प्रोडक्ट ਤੇ ਪਲੈਨਿੰਗ ਦੋ ਵਰਡਸ ਤੋਂ ਬਣੇ ਹੈ। ਇੱਕ ਪ੍ਰੋਡਕਟ, ਇੱਕ ਆਪਾਂ ਕਿਵੇਂ ਦੇ ਪ੍ਰੋਡਕਟਸ ਬਣਾਉਣੇ ਹੈ, ਕੀ ਲਾਈਨਸ ਦੇ ਪ੍ਰੋਡਕਟ ਬਣਾਉਣੇ ਹੈ, ਇੱਕ ਪ੍ਰੋਡਕਟ ਨੂੰ ਹੀ ਕੰਟੀਨਿਊ ਕਰਨਾ ਹੈ ਕਿ ਵੇਰੀਅਸ ਪ੍ਰੋਡਕਟ ਲਾਈਨ ਬਣਾਉਣੀਆਂ ਨੇ। ठीक है, प्रोडक्ट प्लानिंग एक मैन्युफैक्चरर्स का सब तो बड़ा एक सिस्टमैटिक डिटर्मिनेशन होंदी है मैन्युफैक्चरर दी कि जिस तो वो डिसाइड करती है कि वट शुड बी हिज और हर प्रोडक्ट लाइन, दैट इज़ नंबर ऑफ वेरिएशंस ऑफ प्रोडक्ट टू बी ऑफर्ड बाय द एंटरप्राइज टू द मार्केट इट सर्व्स। कि नंबर ऑफ वेरिएशंस ऑफ प्रोडक्ट्स मैन्युफैक्चरर्स आपां नूं नंबर ऑफ वेरिएशंस प्रोवाइड करता है। ठीक है कि मतलब बहुत ज़्यादा वेरीएशनस होंदियां ने। एक अगर तुसी एक पूरा पैक डिटोल ही लगा लो, डिटोल दे विच तुहानूं मतलब हैंड सैनिटाइज़र भी है ना, उसदे मतलब फ्लोर क्लीनिंग करन लई भी, स्प्रे भी, बहुत कुछ वेरीअस चीज़ां आंदियां ने उसदियां। ठीक है, एक प्रोडक्ट लाइन नहीं आंदी, वेरीएशनस ऑफ प्रोडक्ट ऑफर करदी आपां मार्केट आपां नूं। All enterprises run the risk of adding or retaining products that are not profitable or and of ending up with a product line that does not match the requirement of the market। ਕੀ ਹੁੰਦਾ ਹੈ, ਕਈ ਵਾਰ ਕੀ ਹੁੰਦਾ ਐਂਟਰਪ੍ਰਾਈਜ਼ ਉਵੇਂ ਹੀ ਰਿਸਕ ਕਰਦੀ ਹੈ, ਕੁਝ ਐਡ ਕਰਦੀ ਹੈ, ਕੁਝ ਪ੍ਰੋਡਕਟ ਨੂੰ ਰਿਟੇਨ ਕਰਦੀ ਹੈ ਜੋ ਪ੍ਰੋਡਕਟ ਪ੍ਰੋਫਿਟੇਬਲ ਵੀ ਨਹੀਂ ਹੁੰਦੇ, ਵੀ ਜਿਨ੍ਹਾਂ ਤੋਂ ਆਪਾਂ ਨੂੰ ਕੋਈ ਪ੍ਰੋਫਿਟ ਜਨਰੇਟ ਵੀ ਨਹੀਂ ਹੋ ਰਿਹਾ, ਫਿਰ ਵੀ ਉਹਨਾਂ ਨੂੰ ਆਪਾਂ ਰਿਸਕ ਲੈ ਕੇ ਉਸ ਨੂੰ ਰੱਖਦੇ ਹਾਂ। ਠੀਕ ਹੈ, ਉਸ ਨੂੰ ਹੋਰ ਪ੍ਰੋਡਕਟਸ ਨੂੰ ਆਪਾਂ ਐਡ ਔਨ ਕਰਦੇ ਹਾਂ। ਠੀਕ ਹੈ, product planning seeks to minimize these risks through careful appraisal of actual and potential market together with an evaluation of firm's resources। प्रोडक्ट अगर आप एक प्रॉपर एक प्रोडक्ट की प्लानिंग करके एक प्रोडक्ट ਨੂੰ ਡਿਵੈਲਪ ਕਰਾਂਗੇ, ਕੇਅਰਫੁਲੀ ਉਸ ਨੂੰ ਐਨਾਲਾਈਜ਼ ਕਰਾਂਗੇ, ਉਸ ਦੀ ਅਪਰੇਜ਼ਲ ਮਤਲਬ ਐਕਚੁਅਲ ਤੇ ਪੋਟੈਂਸ਼ੀਅਲ ਮਾਰਕੀਟ ਨੂੰ ਪ੍ਰੋਪਰ ਤਰੀਕੇ ਨਾਲ ਸਟੱਡੀ ਕਰਾਂਗੇ, ਫਿਰ ਆਪਾਂ ਦੇਖਾਂਗੇ ਆਪਣੇ ਕੋਲ ਫਰਮ ਕੋਲ ਕਿੰਨੇ ਹੀ ਰਿਸੋਰਸਿਸ ਨੇ ਕਿ ਆਪਾਂ ਇਹ ਪ੍ਰੋਡਕਟ ਬਣਾ ਪਾਵਾਂਗੇ ਜਾਂ ਨਹੀਂ ਬਣਾ ਪਾਵਾਂਗੇ, ਮਾਰਕੀਟ ਦੇ ਵਿੱਚ ਇਹ ਚੱਲੇਗਾ ਜਾਂ ਨਹੀਂ ਚੱਲੇਗਾ। ठीक है, एडजस्टमेंट ऑफ प्रोडक्ट्स टू मीट द नीड्स ऑफ मार्केट इज़ प्रोडक्ट प्लानिंग। जब आप प्रोडक्ट्स ਨੂੰ ਐਡਜਸਟ ਕਰਦੇ ਹਾਂ ਅਕੋਰਡਿੰਗ ਟੂ ਦ ਮਾਰਕੀਟ, ਅਕੋਰਡਿੰਗ ਟੂ ਦ ਨੀਡ ਆਫ ਮਾਰਕੀਟ, ਦੈਟ ਇਜ਼ ਦ ਪ੍ਰੋਡਕਟ ਪਲਾਨਿੰਗ। ਇਟ ਇਜ਼ ਅ ਟੈਕਨੀਕ, ਇਹ ਟੈਕਨੀਕ ਹੁੰਦੀ ਹੈ ਅਪਲਾਈਡ ਟੂ ਦ ਕ੍ਰੀਏਸ਼ਨ, ਡਿਵੈਲਪਮੈਂਟ and marketing of a new product on a planned basis to maximize profitability। ਹੁਣ ਹਰ ਫਰਮ ਦਾ ਇੱਕ ਮਤਲਬ ਬੇਸਿਕ ਉਸਦਾ ਨੇਚਰ ਹੁੰਦੀ ਹੈ ਕਿ ਦੇ ਵਾਂਟ ਮੈਕਸਿਮਮ ਪ੍ਰੋਫਿਟ। ਠੀਕ ਹੈ, ਥਰੂ ਦਿਸ ਦੇ ਹੈਵ ਟੂ ਫੋਲੋ ਦ ਵੇਰੀਅਸ ਟੈਕਨੀਕਸ, ਦੈਟ ਇਜ਼ ਕ੍ਰੀਏਸ਼ਨ, ਡਿਵੈਲਪਮੈਂਟ ਐਂਡ ਮਾਰਕੀਟਿੰਗ ਆਫ ਅ ਨਿਊ ਪ੍ਰੋਡਕਟ। ਉਹਨਾਂ ਨੂੰ ਪ੍ਰੋਡਕਟ ਕ੍ਰੀਏਟ ਵੀ ਦੇਖ ਕੇ ਕਰਨਾ ਪਏਗਾ, ਉਹਨਾਂ ਨੂੰ ਪ੍ਰੋਡਕਟ ਡਿਵੈਲਪ ਵੀ ਅਕੋਰਡਿੰਗ ਟੂ ਮਾਰਕੀਟ ਕਰਨਾ ਪਏਗਾ, ਅਤੇ ਅਕੋਰਡਿੰਗ ਟੂ ਮਾਰਕੀਟ ਦੀ ਨੀਡਸ ਉਹਨਾਂ ਨੂੰ ਉਹਨਾਂ ਦੀ ਮਾਰਕੀਟਿੰਗ ਕਰਨੀ ਪਏਗੀ ਪ੍ਰੋਡਕਟ ਨੂੰ। ਅਨਦਰ ਵਰਡ ਫॉर ਇਟਸ ਮਰਚੈਂਡਾਈਜ਼ਿੰਗ that answers the basic question relating to product as what, how much, when, where, at what price, for whom, of what quality and so on। ਮਰਚੈਂਡਾਈਜ਼ਿੰਗ ਕਰਨਾ ਮਤਲਬ ਇੱਕ ਮਾਰਕੀਟ ਦੇ ਵਿੱਚ ਇੱਕ ਪ੍ਰੋਡਕਟ ਨੂੰ ਕਿਵੇਂ ਤੁਸੀਂ ਵਾਟ, ਕਿਹੜਾ ਪ੍ਰੋਡਕਟ, ਕਿੰਨਾ, ਕਦੋਂ, ਕਿਵੇਂ ਚੀਜ਼ਾਂ, ਇਹ ਕਿੰਨੀ ਪ੍ਰਾਈਸ ਦੀ, ਕਿੰਨੀ ਕੁਆਲਿਟੀ, ਕਿਵੇਂ ਦੀ ਕੁਆਲਿਟੀ, ਸਭ ਚੀਜ਼ਾਂ ਡਿਸਕਸ ਕਰਦੇ ਹੋ। It is the plan which proposes to match the products of the company to the requirement of consumers by making available existing products, modifying them, ਔਰ ਮੇਕਿੰਗ ਐਂਟਾਇਰਲੀ ਨਿਊ ਪ੍ਰੋਡਕਟਸ। ਕਈ ਵਾਰ ਕੀ ਹੁੰਦਾ ਮਾਰਕੀਟ ਦੇ ਵਿੱਚ ਜਦੋਂ ਰੀਡ ਕਰਦੇ ਆ ਕੰਜ਼ਿਊਮਰਸ ਨੂੰ, ਤਾਂ ਫਿਰ ਦੇਖਦੇ ਹਾਂ ਕਿ ਜਾਂ ਤਾਂ ਉਹਨਾਂ ਨੂੰ ਐਗਜ਼ਿਸਟਿੰਗ ਪ੍ਰੋਡਕਟਸ ਹੀ ਮਾਰਕੀਟ ਦੇ ਵਿੱਚ ਅਵੇਲੇਬਲ ਕਰਵਾਉਣਾ, ਜਾਂ ਪ੍ਰੋਡਕਟ ਨੂੰ ਥੋੜ੍ਹਾ ਜਿਹਾ ਮੋਡੀਫਾਈ ਕਰਨਾ, ਜਿਵੇਂ ਉਸਦੀ ਪੈਕੇਜਿੰਗ ਚੇਂਜ ਕਰਤੀ। ਠੀਕ ਹੈ, ਉਸਦੀ ਕੁਆਲਿਟੀ ਇੰਪਰੂਵ ਕਰਤੀ ਥੋੜ੍ਹੀ ਜਿਹੀ। ਠੀਕ ਹੈ, ਅਤੇ ਜਾਂ ਪ੍ਰੋਡਕਟ ਨੂੰ ਇੰਟਾਇਰਲੀ ਹੀ ਇੱਕ ਨਿਊ ਪ੍ਰੋਡਕਟ ਦੀ ਸ਼ੇਪ ਦੇ ਵਿੱਚ ਦੇ ਦੇਣਾ। ਪ੍ਰੋਡਕਟ ਪਲੈਨਿੰਗ ਇਜ਼ ਦ ਮੋਸਟ ਇਫੈਕਟਿਵ ਮੈਥਡ ਡਿਵੈਲਪਡ ਟੂ ਮੀਟ ਦ ਚੈਲੰਜਿਸ ਆਫ ਨਿਊ ਪ੍ਰੋਡਕਟ ਡਿਮਾਂਡ। ਪ੍ਰੋਡਕਟ ਪਲੈਨਿੰਗ ਇੱਕ ਬਹੁਤ ਇਫੈਕਟਿਵ ਮੈਥਡ ਹੈ ਆਪਣਾ, ਜੋ ਆਪਾਂ ਇੱਕ ਨਿਊ ਪ੍ਰੋਡਕਟ ਦੀ ਡਿਮਾਂਡ ਨੂੰ ਚੇਂਜ ਕਰ ਦਿੰਦਾ। ਸ਼ਾਰਟਰ ਪ੍ਰੋਡਕਟ ਲਾਈਫ, ਮੋਰ ਕੰਪਲੀਕੇਟਿਡ ਟੈਕਨੋਲੋਜੀ, ਇੰਪਰੂਵਮੈਂਟ ਆਫ ਐਗਜ਼ਿਸਟਿੰਗ ਪ੍ਰੋਡਕਟਸ ਐਂਡ ਐਕਸੀਲਰੇਟਿੰਗ ਦ ਰੇਟ ਆਫ ਪ੍ਰੋਡਕਟ ਚੇਂਜ। ਠੀਕ ਹੈ, ਹੁਣ ਫੋਰ ਐਨ ਐਗਜ਼ਾਮਪਲ ਜਿੱਦਾਂ ਫੇਅਰ ਐਂਡ ਲਵਲੀ ਬ੍ਰਾਂਡ ਸੀਗਾ, ਹੁਣ ਉਸਦਾ ਨੇਮ ਚੇਂਜ ਹੋ ਕੇ ਗਲੋ ਐਂਡ ਲਵਲੀ ਬਣ ਗਿਆ। ਠੀਕ ਹੈ, ਡਿਊ ਟੂ ਰੇਸਿਜ਼ਮ। ਇਹ ਹੁੰਦਾ ਪ੍ਰੋਡਕਟ ਨੂੰ ਤੁਸੀਂ ਥੋੜ੍ਹਾ ਜਿਹਾ ਮੋਡੀਫਾਈ ਕਰ ਰਹੇ ਹੋ ਅਕੋਰਡਿੰਗ ਟੂ ਦੀ ਕੰਜ਼ਿਊਮਰ ਦੀ ਨੀਡਸ ਦੇ ਅਕੋਰਡਿੰਗ ਟੂ ਦੀ। ਇਹ ਹੁਣ ਕੀ ਇਸ ਨੂੰ ਕੀ ਇਫੈਕਟ ਕੀਤਾ, ਪੋਲੀਟੀਕਲ ਫੈਕਟਰ ਇਫੈਕਟ ਕੀਤਾ ਇਸ ਨੂੰ, ਸੋਸਾਇਟੀ ਫੈਕਟਰ ਇਫੈਕਟ ਕੀਤਾ ਇਸ ਚੀਜ਼ ਨੂੰ, ਜੋ ਉਹਨਾਂ ਨੇ ਨੇਮ ਨੂੰ ਚੇਂਜ ਕੀਤਾ।
ठीक है। प्रोडक्ट प्लानिंग इन्वॉल्व्स डिवाइजिंग प्रोसीजर्स टू इवैल्यूएट द परफॉर्मेंस ऑफ प्रोडक्ट्स एंड प्लानिंग द मॉडिफिकेशन। ठीक है, एक ਪ੍ਰੋਪਰ ਪ੍ਰੋਡਕਟ ਦੀ ਪਰਫਾਰਮੈਂਸ ਨੂੰ ਇਵੈਲੂਏਟ ਕਰਨਾ, ਪਲਾਨ ਕਰਨਾ, ਉਸਨੂੰ ਮੋਡੀਫਾਈ ਕਰਨਾ ਜਿੱਥੇ ਨੈਸੈਸਰੀ ਹੈ। ਆਫ ਐਗਜ਼ਿਸਟਿੰਗ ਪ੍ਰੋਡਕਟਸ ਏਮ ਐਟ ਐਕਸਟੈਂਡਿੰਗ ਦੇਅਰ ਲਾਈਵਸ। ਉਹਨਾਂ ਦਾ ਮੇਨ ਏਮ ਹੁੰਦਾ ਕਿ ਜੋ ਸਾਡੇ ਪ੍ਰੋਡਕਟਸ ਐਗਜ਼ਿਸਟ ਕਰ ਰਹੇ ਨੇ, ਉਹ ਜਿਵੇਂ ਉਹਨਾਂ ਦਾ ਗ੍ਰਾਫ ਇੱਦਾਂ ਜਾ ਰਿਹਾ, ਅਗਰ ਅਪ ਜਾ ਰਿਹਾ ਤਾਂ ਉਹ ਕਦੇ ਫਾਲ ਨਾ ਕਰੇ ਜਾਂ ਉਹ ਇੱਥੇ ਹੀ ਰਵੇ। ਠੀਕ ਹੈ, ਉਹਨਾਂ ਨੂੰ ਕਦੇ ਡਿਪਰੈਸ਼ਨ ਵਾਲਾ ਟਾਈਮ ਨਾ ਆਵੇ। ਠੀਕ ਹੈ, ਵੀ ਉਹਨਾਂ ਨੂੰ ਹੁੰਦਾ ਐਕਸਟੈਂਡ ਲਾਈਨ ਦੇ ਵਿੱਚ ਸਾਡਾ ਪ੍ਰੋਡਕਟ ਚੱਲਦਾ ਰਹੇ। ਦ ਡਿਲੀਸ਼ਨ ਆਫ ਦੋਜ਼ ਪ੍ਰੋਡਕਟਸ ਵਿਚ ਹੈਵ ਰੀਚਡ ਦੇਅਰ ਟਰਮੀਨਲ ਸਟੇਜ ਆਫ ਦੇਅਰ ਲਾਈਵਸ। ਠੀਕ ਹੈ, ਫਿਰ ਆਪਾਂ ਉਸ ਪ੍ਰੋਡਕਟ ਨੂੰ ਡਿਲੀਟ ਕਰ ਦਿਓ ਜੋ ਪ੍ਰੋਡਕਟ ਬਿਲਕੁਲ ਹੀ ਹੁਣ ਉਸਦਾ ਚੱਲ ਹੀ ਨਹੀਂ ਪਾਉਣਾ। ਐਂਡ ਦ ਡਿਵਲਪਮੈਂਟ ਐਂਡ ਮਾਰਕੀਟਿੰਗ ਆਫ ਨਿਊ ਪ੍ਰੋਡਕਟਸ। ਫਿਰ ਆਪਣਾ ਸਟਾਰਟ ਕਰੋ ਪ੍ਰੋਡਕਟ ਨੂੰ ਨਿਊ ਪ੍ਰੋਡਕਟ ਨੂੰ ਮਾਰਕੀਟ ਦੇ ਵਿੱਚ ਡਿਵੈਲਪ ਕਰਨਾ ਅਤੇ ਉਸਦੀ ਮਾਰਕੀਟਿੰਗ ਕਰਨਾ ਸਟਾਰਟ ਕਰੋ। ਠੀਕ ਹੈ, ਇਨ ਅ ਨਟਸ਼ੈਲ ਮਤਲਬ ਇੱਕ ਸਮਰੀ ਹੈ ਇਸਦੀ। ਪ੍ਰੋਡਕਟ ਪਲੈਨਿੰਗ ਇਜ਼ ਦੈਟ ਕ੍ਰੂਸ਼ੀਅਲ ਟਾਸਕ ਕੰਸਨਟਰੇਟਿੰਗ ਔਨ ਡਿਵਲਪਮੈਂਟ ਐਂਡ ਇੰਟਰੋਡਕਸ਼ਨ ਆਫ ਨਿਊ ਪ੍ਰੋਡਕਟਸ। ਠੀਕ ਹੈ, ਇੱਕ ਮਤਲਬ ਹੁਣ ਪ੍ਰੋਡਕਟ ਪਲੈਨਿੰਗ ਕੀ ਹੈ ਬੇਸਿਕਲੀ, ਇੱਕ ਕ੍ਰੂਸ਼ੀਅਲ ਟਾਸਕ ਹੈ, ਬਹੁਤ ਮਤਲਬ ਦੇਖ ਕੇ ਧਿਆਨ ਵਾਲਾ ਟਾਸਕ ਹੈ ਕਿ ਜਿੱਥੇ ਆਪਾਂ ਨੂੰ ਕੰਸਨਟਰੇਟ ਕਰਨਾ ਪੈਂਦਾ ਡਿਵਲਪਮੈਂਟ 'ਤੇ, ਨਿਊ ਪ੍ਰੋਡਕਟ ਦੇ ਇੰਟਰੋਡਕਸ਼ਨ 'ਤੇ, ਅਗਰ ਆਪਾਂ ਨੇ ਮੋਡੀਫਾਈ ਕਰਨਾ ਐਗਜ਼ਿਸਟਿੰਗ ਵਨ ਟੂ ਮੀਟ ਚੇਂਜਿੰਗ ਦ ਨੀਡਸ ਆਫ ਕੰਜ਼ਿਊਮਰ ਐਂਡ ਡਰੋਪਿੰਗ ਆਲ ਟੂਗੇਦਰ ਮਾਰਜਨਲ ਔਰ ਅਨਪ੍ਰੋਫਿਟੇਬਲ ਪ੍ਰੋਡਕਟਸ। ਜਿੰਨੇ ਵੀ ਆਪਣੇ ਜਿਨ੍ਹਾਂ 'ਚ ਕੋਈ ਮਾਰਜਨ ਨਹੀਂ ਹੈਗਾ, ਅਨਪ੍ਰੋਫਿਟੇਬਲ ਪ੍ਰੋਡਕਟਸ ਨੇ, ਉਹਨਾਂ ਨੂੰ ਸਭ ਨੂੰ ਕੀ ਕਰ ਦਿਓ, ਡਰੋਪ ਆਊਟ ਕਰ ਦਿਓ। ਉਹਨਾਂ ਨਾਲ ਬਿਜ਼ਨਸ ਕਰਨ ਦਾ ਕੋਈ ਮਤਲਬ ਨਹੀਂ। ਜਾਂ ਉਹਨਾਂ ਨੂੰ ਮੋਡੀਫਾਈ ਕਰੋ ਜਾਂ ਪ੍ਰੋਪਰਲੀ ਇੱਕ ਇੰਟਾਇਰਲੀ ਤੁਸੀਂ ਨਿਊ ਪ੍ਰੋਡਕਟ ਮਾਰਕੀਟ ਦੇ ਵਿੱਚ ਲਾਂਚ ਕਰ ਸਕਦੇ ਹੋ। Precisely, it is the process of selecting the product to meet the needs of consumer, for implementing the product strategies, and for managing the product performance of the product mix. The essence of product planning is not only to devise the product but to create buyer satisfaction. ਇਹ ਨਹੀਂ ਹੁੰਦਾ ਕਿ ਤੁਸੀਂ ਸਿਰਫ ਪ੍ਰੋਡਕਟਸ ਨੂੰ ਡਿਵੈਲਪ ਕਰੋ, ਇਹਨਾਂ ਦੀ ਬਾਇਰ ਦੀ ਸੈਟਿਸਫੈਕਸ਼ਨ ਨੂੰ ਵੀ ਆਪਾਂ ਕ੍ਰੀਏਟ ਕਰਦੇ ਹਾਂ ਆਪਣਾ ਪ੍ਰੋਡਕਟ ਨੂੰ ਬਣਾ ਕੇ। ਠੀਕ ਹੈ, ਫਿਰ ਅਗਰ ਆਪਾਂ ਇੱਕ ਵਾਰ ਇਹ ਨਹੀਂ ਮਤਲਬ ਇੱਕ ਵਾਰ ਪ੍ਰੋਡਕਟ ਬਣਾ ਲਿਆ, ਫਿਰ ਆਪਾਂ ਦੇਖਾਂਗੇ ਕਿ ਕੰਜ਼ਿਊਮਰ ਦੀ ਆਪਾਂ ਸੈਟਿਸਫੈਕਸ਼ਨ ਕੰਪਲੀਟ ਕਰ ਰਹੇ ਹਾਂ ਜਾਂ ਨਹੀਂ ਕਰ ਰਹੇ। ਇਟ ਸ਼ੁਡ ਆਲਸੋ ਫੋਲੋ ਵਨ ਆਫ ਟੂ ਸਟ੍ਰੈਟਜੀਜ਼, ਮਾਰਕੀਟ ਸੈਗਮੈਂਟੇਸ਼ਨ ਔਰ ਪ੍ਰੋਡਕਟ ਡਿਫਰੈਂਸੀਏਸ਼ਨ। ਆਪਾਂ ਨੇ ਪੜ੍ਹਿਆ ਸੀ ਨਾ ਮਾਰਕੀਟ ਸੈਗਮੈਂਟੇਸ਼ਨ ਕੀ ਪ੍ਰੋਪਰ ਇੱਕ ਮਤਲਬ ਸੈਗਮੈਂਟਸ ਬਣਾ ਲਈਆਂ। ਪ੍ਰੋਡਕਟ ਡਿਫਰੈਂਸੀਏਸ਼ਨ ਇਨ ਦ ਸੈਂਸ ਕਿ ਆਪਾਂ ਨੇ ਆਪਣੇ ਪ੍ਰੋਡਕਟ ਨੂੰ ਕਿਵੇਂ ਯੂਨੀਕ ਬਣਾਇਆ, ਕਿ ਆਪਾਂ ਕੰਪੀਟੀਟਿਵ ਟਰਮ ਤੋਂ ਕੰਪੀਟੀਟਿਵ ਜਿੰਨੀਆਂ ਵੀ ਆਪਣੇ ਬਿਜ਼ਨਸ ਟਰਮਸ ਨੇ, ਇਹਨਾਂ ਤੋਂ ਆਪਾਂ ਕਿਵੇਂ ਆਪਣੇ ਪ੍ਰੋਡਕਟ ਨੂੰ ਇੱਕ ਡਿਫਰੈਂਸ਼ੀਏਟ ਰੱਖ ਰਹੇ ਹਾਂ। ਠੀਕ ਹੈ, ਦ ਫਾਰਮਰ ਸੁਜੈਸਟ ਬੈਂਡਿੰਗ ਸਪਲਾਈ ਟੂ ਦ ਵਿਲ ਆਫ ਡਿਮਾਂਡ, ਨੇਮਲੀ affording a variety of products within a given type, and the latter bending demand to the will of supply, namely differentiating the products through promotion. The general trend or reality is not purely one but the blending of the two. ਠੀਕ ਹੈ, ਇਸ ਦੇ ਵਿੱਚ ਦੱਸਿਆ ਹੋਇਆ ਕਿ ਫਾਰਮਰ ਜੋ ਆਪਣੇ ਮਾਰਕੀਟਿੰਗ ਸੈਗਮੈਂਟੇਸ਼ਨਸ ਨੇ, ਉਹਨੂੰ ਆਪਾਂ ਕੀ ਕਰਦੇ ਹਾਂ, ਸਪਲਾਈ ਨੂੰ ਬੈਂਡ ਕਰਦੇ ਹਾਂ ਅਕੋਰਡਿੰਗ ਟੂ ਦ ਡਿਮਾਂਡ। ਠੀਕ ਹੈ, ਠੀਕ ਹੈ, ਫਿਰ ਜਿਹੜਾ ਆਪਣਾ ਲੇਟਰ ਵਾਲਾ ਹੈ ਉਸਨੂੰ ਆਪਾਂ ਡਿਮਾਂਡ ਨੂੰ ਬੈਂਡ ਕਰਦੇ ਅਕੋਰਡਿੰਗ ਟੂ ਦ ਸਪਲਾਈ। ਆਪਾਂ ਤੁਹਾਨੂੰ ਪਿਛਲੇ ਚੈਪਟਰ 'ਚ ਪੂਰਾ ਮਾਰਕੀਟ ਸੈਗਮੈਂਟੇਸ਼ਨ ਐਂਡ ਪ੍ਰੋਡਕਟ ਡਿਫਰੈਂਸੀਏਸ਼ਨ ਅੱਛੇ ਤਰੀਕੇ ਨਾਲ ਰੀਡ ਕੀਤਾ ਹੋਇਆ ਹੈ। ਠੀਕ ਹੈ, ਦ ਜਨਰਲ ਟ੍ਰੈਂਡ ਔਰ ਰਿਐਲਿਟੀ ਇਜ਼ ਨਾਟ ਪਿਓਰਲੀ ਵਨ ਬਟ ਦ ਬਲੈਂਡਿੰਗ ਆਫ ਦ ਟੂ। ਇਹ ਨਹੀਂ ਹੈਗਾ ਕਿਸੇ ਆਪਾਂ ਇੱਕ ਫੈਕਟਰ 'ਤੇ ਡਿਪੈਂਡ ਕਰ ਸਕਦੇ ਹਾਂ। ਆਪਾਂ ਨੂੰ ਦੋਨਾਂ ਚੀਜ਼ਾਂ ਨੂੰ ਪ੍ਰੋਪਰਲੀ ਤਰੀਕੇ ਨਾਲ ਬਲੈਂਡ ਕਰਕੇ ਫਿਰ ਹੀ ਆਰਗੇਨਾਈਜੇਸ਼ਨ ਨੂੰ ਰਨ ਕਰਨਾ ਇੰਪੋਰਟੈਂਟ ਹੁੰਦਾ ਹੈ। ਫਿਰ ਕੀ ਹੈ ਓਬਜੈਕਟਿਵਸ ਕੀ ਹੈ ਪ੍ਰੋਡਕਟ ਪਲੈਨਿੰਗ ਦੇ, ਟੂ ਮੀਟ ਦ ਕਸਟਮਰ ਨੀਡਸ। ਸਭ ਤੋਂ ਪਹਿਲਾਂ ਆਪਾਂ ਪ੍ਰੋਡਕਟ ਨੂੰ ਕਿਉਂ ਪਲਾਨ ਕਰਾਂਗੇ, ਓਬਵੀਅਸਲੀ ਕਿ ਆਪਣੀ ਕਸਟਮਰ ਦੀ ਨੀਡਸ ਨੂੰ ਆਪਾਂ ਅੱਛੇ ਤਰੀਕੇ ਨਾਲ ਫੁਲਫਿਲ ਕਰ ਸਕੀਏ। ਜਸਟ ਐਜ਼ all road lead to Rome, all activities in the realm of market finally lead to the meet the customer requirements। एक मतलब कोट है, all roads lead to Rome। ਮਤਲਬ ਜਿੰਨੀਆਂ ਵੀ ਆਪਣੀ ਐਕਟੀਵਿਟੀਜ਼ ਨੇ ਉਹ ਸਾਰੀਆਂ ਲੀਡ ਕੀਤੇ ਕਰਦੀਆਂ ਨੇ ਕਸਟਮਰਸ ਦੀ ਰਿਕੁਆਇਰਮੈਂਟਸ 'ਤੇ। ਇਟ ਇਜ਼ ਬਿਕੋਜ਼ ਕਸਟਮਰ ਇਜ਼ ਦ ਕਿੰਗ ਪਿਨ ਆਫ ਮੋਡਰਨ ਮਾਰਕੀਟਿੰਗ ਸਿਸਟਮ। ਅੱਜ ਕੱਲ੍ਹ ਆਪਾਂ ਪਹਿਲਾਂ ਆਪਾਂ ਸਾਰੇ ਮਾਰਕੀਟਿੰਗ ਸਿਸਟਮ ਪੜ੍ਹੇ ਸੀ ਕਿ ਪਹਿਲਾਂ ਕੀ ਹੁੰਦਾ ਸੀ, ਬਾਇਰ ਓਰੀਐਂਟਡ ਹੁੰਦਾ ਸੀ, ਹੁਣ ਸੈਲਰ ਓਰੀਐਂਟਡ ਹੁੰਦਾ ਸੀ। ਹੁਣ ਕੀ ਆਪਣੇ ਕਸਟਮਰ ਓਰੀਐਂਟਡ ਮਾਰਕੀਟਸ ਹੋ ਚੁੱਕੀਆਂ ਕਿ ਆਪਾਂ ਕਸਟਮਰ ਦੀ ਅਕੋਰਡਿੰਗ ਦੀ ਨੀਡਸ 'ਤੇ ਆਪਾਂ ਆਪਣੀ ਪ੍ਰੋਡਕਟ ਦੀ ਪਲਾਨ ਕਰਦੇ ਹਾਂ। ਪ੍ਰੋਡਕਟ ਪਲੈਨਿੰਗ ਇਜ਼ ਅ ਡਿਪੈਂਡੇਬਲ ਟੂਲ ਇਨ ਦ ਕਿਟ ਆਫ ਅ ਮਾਰਕੀਟਿੰਗ ਮੈਨੇਜਰ ਟੂ ਅਟੇਨ ਦਿਸ ਅਲਟੀਮੇਟ ਓਬਜੈਕਟਿਵ। ਪ੍ਰੋਡਕਟ ਪਲੈਨਿੰਗ ਇੱਕ ਆਪਣਾ ਟੂਲ ਹੈ ਕਿ ਆਪਾਂ ਜੋ ਮਾਰਕੀਟਿੰਗ ਮੈਨੇਜਰ ਯੂਜ਼ ਕਰਦਾ ਹੈ ਆਪਣੇ ਅਲਟੀਮੇਟ ਓਬਜੈਕਟਿਵਸ ਨੂੰ ਗੇਨ ਕਰਨ ਲਈ। ਇਟ ਇਜ਼ ਅ ਪ੍ਰੋਡਕਟ ਪਲੈਨਿੰਗ ਦੈਟ ਆਈਡੈਂਟੀਫਾਈਜ਼ ਦ ਕਸਟਮਰ ਨੀਡਸ, ਰਿਕੁਆਇਰਮੈਂਟਸ, ਐਸਪੀਰੇਸ਼ਨਸ, ਲਾਈਕਸ ਐਂਡ ਪ੍ਰੈਫਰੈਂਸਿਸ, ਐਂਡ ਗਾਈਡਸ ਦ ਫਰਮ ਰਿਸੋਰਸਿਸ ਐਂਡ ਐਫਰਟਸ ਟੂਵਰਡ ਦ ਅਕੰਪਲਿਸ਼ਮੈਂਟ ਆਫ ਦਿਸ ਵਾਂਟ ਸੈਟਿਸਫਾਈਂਗ।
ਪ੍ਰੋਡਕਟ ਪਲੈਨਿੰਗ ਦੇ ਵਿੱਚ ਆਪਾਂ ਨੂੰ ਕਸਟਮਰ ਦੀ ਨੀਡਸ, ਰਿਕੁਆਇਰਮੈਂਟਸ, ਐਸਪੀਰੇਸ਼ਨਸ ਬਾਰੇ, ਉਹਨਾਂ ਨੂੰ ਕੀ ਪਸੰਦ ਹੈ, ਉਹਨਾਂ ਨੂੰ ਕੀ ਨਹੀਂ ਪਸੰਦ, ਉਹਨਾਂ ਦੇ ਪ੍ਰੈਫਰੈਂਸਿਸ, ਠੀਕ ਹੈ, ਫਿਰ ਆਪਣੀ ਕੰਪਨੀ ਦੇ ਰਿਸੋਰਸਿਸ, ਕੀ ਤੁਹਾਨੂੰ ਰਿਸੋਰਸਿਸ ਚਾਹੀਦੇ ਨੇ, ਇਹ ਸਾਰੇ ਚੀਜ਼ਾਂ ਪ੍ਰੋਵਾਈਡ ਕਰਦੀ ਹੈ ਕੰਪਨੀ ਨੂੰ, ਤਾਂ ਕਿ ਕੰਪਨੀ ਇਹਨਾਂ ਚੀਜ਼ਾਂ ਨੂੰ ਸੈਟਿਸਫਾਈ ਕਰ ਸਕੇ ਅਕੋਰਡਿੰਗ ਟੂ ਦ ਡਿਵੈਲਪਮੈਂਟ ਆਫ ਦ ਪ੍ਰੋਡਕਟ। Second gear to spotlight firm strengths and weakness in this dynamic business world। ਹੁਣ dynamic business world ਕਿਉਂ ਕਿਹਾ ਗਿਆ? ਅੱਜ ਟੈਕਨੋਲੋਜੀ ਕੁਛ ਹੈ, ਕੱਲ ਟੈਕਨੋਲੋਜੀ ਕੁਛ ਹੈ। No company is so strong that is free from weakness and no company is so weak that is away from strength। ਇਹ ਚੀਜ਼ ਕੀ ਹੈ ਕਿ ਕੋਈ ਵੀ ਕੰਪਨੀ, ਠੀਕ ਹੈ, ਇੰਨੀ ਮਤਲਬ ਇੰਨੀ ਸਟਰੋਂਗ ਨਹੀਂ ਹੈ, ਠੀਕ ਹੈ, ਇੰਨੀ ਸਟਰੋਂਗ ਨਹੀਂ ਹੈ ਕਿ ਉਹਦੇ ਵਿੱਚ ਕੋਈ ਵੀ ਵੀਕਨੈਸ ਨਹੀਂ ਹੈਗੀ, ਅਤੇ ਕੋਈ ਕੰਪਨੀ ਇੰਨੀ ਵੀਕ ਨਹੀਂ ਹੈ ਕਿ ਉਹਦੇ ਵਿੱਚ ਕੋਈ ਸਟਰੈਂਥ ਨਹੀਂ ਹੈਗੀ, ਠੀਕ ਹੈ। ਈਚ ਫਰਮ ਹੈਜ਼ ਇਟਸ ਓਨ ਸਟਰੈਂਥਸ ਐਂਡ ਵੀਕਨੈਸ। ਹਰ ਫਰਮ ਦੀਆਂ ਆਪਣੀ ਹੀ ਸਟਰੈਂਥ ਹੈ, ਆਪਣੀ ਹੀ ਵੀਕਨੈਸ ਹੈ। ਹੁਣ ਇੱਕ ਐਜ਼ ਆਪਾਂ ਹਿਊਮਨ ਬੀਂਗ ਵੀ ਲਗਾ ਲਈਏ, ਹਿਊਮਨ ਬੀਂਗ ਦੀਆਂ ਕੁਝ ਕਿਤੇ ਆਪਣੇ ਕੋਰ ਪੁਆਇੰਟਸ ਹੁੰਦੇ ਨੇ ਜਿੱਥੇ ਆਪਾਂ ਨੂੰ ਬਹੁਤ ਆਪਣੇ ਆਪ 'ਤੇ ਮਤਲਬ ਗਟ ਫੀਲਿੰਗ ਹੁੰਦੀ ਹੈ ਕਿ ਨਹੀਂ ਵੀ ਵਿਲ ਡੂ ਦਿਸ, ਕਿਤੇ ਆਪਾਂ ਨੂੰ ਹੁੰਦਾ ਕਿ ਨਹੀਂ ਆਈ ਕਾਂਟ ਡੂ ਦਿਸ, ਠੀਕ ਹੈ। ਕਿਸੇ ਦੀਆਂ ਖੁਦ ਦੀਆਂ ਸਟਰੈਂਥਸ ਹੁੰਦੀਆਂ ਨੇ, ਕਿਸੇ ਦੀ ਕੁਛ ਵੀਕਨੈਸ ਹੁੰਦੀਆਂ ਨੇ, ਮੇ ਬੀ ਮਟੀਰੀਅਲ ਔਰ ਹਿਊਮਨ, ਠੀਕ ਹੈ। ਇਟ ਬਿਕਮਸ ਐਨ ਇੰਟਰਨਲ ਪਲੈਨਿੰਗ ਪ੍ਰਮਾਈਜ਼। ਇੱਕ ਆਪਣੀ ਇੰਟਰਨਲ ਪਲੈਨਿੰਗ ਬਣ ਜਾਂਦੀ ਹੈ ਇਸ ਚੀਜ਼ ਦੀ। ਇਟ ਇਜ਼ ਅ ਪ੍ਰੋਡਕਟ ਪਲੈਨਿੰਗ ਦੈਟ ਬ੍ਰਿੰਗਸ ਦੀ ਸਟਰੈਂਥ ਐਂਡ ਵੀਕਨੈਸ ਟੂ ਸਪੋਟਲਾਈਟ, ਬਿਕੋਜ਼ ਇਹ ਹੁਣ ਇੱਕ ਪ੍ਰੋਡਕਟ ਪਲੈਨਿੰਗ ਦੇ ਵਿੱਚ ਆਪਾਂ ਨੂੰ ਪਤਾ ਚੱਲਦਾ ਕਿੱਥੇ ਆਪਣੀ ਸਟਰੈਂਥ ਹੈ, ਕਿੱਥੇ ਆਪਣੀ ਵੀਕਨੈਸ ਹੈ, ਠੀਕ ਹੈ। ਇਹ ਆਪਣੀ ਸਪੋਟਲਾਈਟ ਉੱਤੇ ਆ ਜਾਂਦੀ, ਇੱਕ ਪ੍ਰੋਪਰ ਇੱਕ ਲਾਈਟ ਪੈ ਜਾਂਦੀ ਹੈ ਇਹਨਾਂ ਸਟਰੈਂਥ ਅਤੇ ਵੀਕਨੈਸ ਉੱਤੇ। ਬਿਕੋਜ਼ ਦ ਫਿਊਚਰ ਪਲਾਨ, ਦ ਬਲੂ ਪ੍ਰਿੰਟ ਆਫ ਐਕਸ਼ਨ ਇਜ਼ ਫਾਊਂਡਡ ਔਨ ਦਿਸ ਸੈਟ ਆਫ ਗਿਵਨ ਸਟਰੈਂਥ ਐਂਡ ਵੀਕਨੈਸ। ਆਪਾਂ ਨੇ ਕਿਉਂਕਿ ਕੀ ਬਣਾਉਣੇ ਹੁੰਦੇ ਨੇ, ਫਿਊਚਰ ਪਲਾਨ ਬਣਾਉਣੇ ਹੁੰਦੇ ਨੇ, ਠੀਕ ਹੈ। ਤਾਂ ਕਰਕੇ ਆਪਾਂ ਨੂੰ ਸਟਰੈਂਥ, ਆਪਣੀ ਵੀਕਨੈਸ ਪ੍ਰੋਪਰ ਤਰੀਕੇ ਨਾਲ ਸੈੱਟ ਕਰਨੀਆਂ ਪੈਂਦੀਆਂ। ਦਸ ਪਿਨ ਪੁਆਇੰਟਿੰਗ ਦ ਸਟਰੈਂਥ ਐਂਡ ਵੀਕਨੈਸ ਬਿਕਮ ਅਨਦਰ ਆਬਜੈਕਟ ਆਫ ਪ੍ਰੋਡਕਟ ਪਲੈਨਿੰਗ ਸੋ ਦੈਟ ਪ੍ਰੋਡਕਟਸ ਵੁੱਡ ਬੀ ਸੋ ਡਿਵਾਈਜ਼ਡ ਐਜ਼ ਟੂ ਮਿਨੀਮਾਈਜ਼ ਦ ਵੀਕਨੈਸ ਐਂਡ ਮੈਕਸੀਮਾਈਜ਼ ਦ ਸਟਰੈਂਥ। ਹੁਣ ਜਦੋਂ ਆਪਾਂ ਨੇ ਪਿਨ ਪੁਆਇੰਟ ਕਰ ਲਿਆ ਸਟਰੈਂਥ ਅਤੇ ਵੀਕਨੈਸ ਨੂੰ, ਇੱਕ ਆਬਜੈਕਟ ਬਣ ਜਾਂਦਾ ਪ੍ਰੋਡਕਟ ਪਲੈਨਿੰਗ ਦਾ। ਪ੍ਰੋਡਕਟ ਪਲੈਨਿੰਗ ਦਾ ਇੱਕ ਸਿਰਫ ਇਹ ਆਬਜੈਕਟਿਵ ਨਹੀਂ ਹੈਗਾ ਕਿ ਸਾਨੇ ਇੱਕ ਪ੍ਰੋਡਕਟ ਨੂੰ ਪਲਾਨ ਕਰਨਾ, ਵੇਰੀਅਸ ਐਕਸਟਰਨਲ ਫੈਕਟਰਸ ਵੀ ਇਸ ਦੇ ਨਾਲ ਬਹੁਤ ਜ਼ਿਆਦਾ ਜੁੜੇ ਹੋਏ ਹੁੰਦੇ ਨੇ। ਇਸ ਦੇ ਨਾਲ ਆਪਣੀ ਫਰਮ ਦੀ ਸਟਰੈਂਥ ਅਤੇ ਵੀਕਨੈਸ ਪਤਾ ਲੱਗਦੀ ਹੈ, ਤਾਂ ਕਿ ਜਦੋਂ ਆਪਾਂ ਅਗਰ ਕੰਮ ਕਰਦੇ ਹਾਂ ਤਾਂ ਆਪਣੀ ਵੀਕਨੈਸ ਨੂੰ ਆਪਾਂ ਮਿਨੀਮਾਈਜ਼ ਕਰ ਸਕੀਏ ਅਤੇ ਮੈਕਸੀਮਾਈਜ਼ ਕਰ ਸਕੀਏ ਆਪਣੀ ਸਟਰੈਂਥ ਨੂੰ, ਠੀਕ ਹੈ। ਹੁਣ ਨੈਕਸਟ ਹੈ ਟੂ ਫੋਰਟੀਫਾਈ ਬੈਟਰ ਰਿਸੋਰਸ ਯੂਟੀਲਾਈਜੇਸ਼ਨ। ਹੁਣ ਆਪਣੇ ਜੋ ਵੀ ਆਪਾਂ ਨੂੰ ਮਤਲਬ ਤੋਂ ਹੀ ਕਲੀਅਰ ਹੁੰਦੇ ਨੇ ਇਹ ਪੁਆਇੰਟਸ ਕਿ ਠੀਕ ਹੈ। ਨੈਕਸਟ ਪੁਆਇੰਟ ਹੈ ਟੂ ਫੋਰਟੀਫਾਈ ਬੈਟਰ ਰਿਸੋਰਸ ਯੂਟੀਲਾਈਜੇਸ਼ਨ। ਜਦੋਂ ਆਪਾਂ ਵੀ ਕੁਛ ਵੀ ਪ੍ਰੋਡਕਟ ਪਲੈਨਿੰਗ ਕਰਾਂਗੇ ਤਾਂ ਓਬਵੀਅਸਲੀ ਆਪਾਂ ਨੂੰ ਹੋਏਗਾ ਕਿ ਆਪਣੇ ਘੱਟ ਤੋਂ ਘੱਟ ਆਪਣੇ ਰਿਸੋਰਸਿਸ ਆਪਾਂ ਯੂਟੀਲਾਈਜ਼ ਕਰੀਏ, ਤਾਂ ਕਿ ਆਪਣੀ ਜਿਹੜੀ ਕੋਸਟ, ਪ੍ਰੋਡਕਸ਼ਨ ਕੋਸਟ ਹੈ ਉਹ ਆਪਣੀ ਮਿਨੀਮਮ ਆਵੇ, ਤਾਂ ਕਿ ਆਪਾਂ ਨੂੰ ਮੈਕਸੀਮਮ ਟੂ ਮੈਕਸੀਮਮ ਪ੍ਰੋਫਿਟ ਹੁੰਦਾ ਹੋਵੇ। ਈਚ ਕੰਪਨੀ ਇਜ਼ ਕਮਿਟਡ ਟੂ ਰਿਸੋਰਸਿਸ ਇਨਵੋਲਵਿੰਗ ਅ ਡੈਫੀਨਿਟ ਕੋਸਟ ਸਟਰਕਚਰ। ਕਿੰਨਾ ਕੋਸਟ ਆਏਗਾ ਆਪਣਾ, ਸਭ ਕੰਪਨੀ ਪਹਿਲਾਂ ਆਪਣਾ ਦੇਖਦੀ ਹੈ, ਐਨਾਲਾਈਜ਼ ਕਰਦੀ ਹੈ ਉਸ ਚੀਜ਼ ਨੂੰ। ਦਿਸ ਮਿਨੀਮਮ ਕੋਸਟ ਲੈਵਲ ਆਫ ਪ੍ਰੋਡਕਸ਼ਨ ਇਜ਼ ਪੋਸੀਬਲ ਓਨਲੀ ਵੈਨ ਦ ਕੰਪਨੀ ਰਿਸੋਰਸਿਸ ਆਰ ਗੇਅਰ ਟੂ ਇਟਸ ਪ੍ਰੋਡਕਸ਼ਨ ਪਲਾਨ। ਜਦ ਕੰਪਨੀ ਪ੍ਰੋਡਕਸ਼ਨ ਪਲਾਨ ਡਿਵੈਲਪ ਕਰੇਗੀ ਤਾਂ ਹੀ ਆਪਾਂ ਨੂੰ ਇਹ ਕੋਸਟ ਲੈਵਲ ਆਪਾਂ ਜਨਰੇਟ ਕਰ ਪਾਵਾਂਗੇ। ਐਜ਼ ਪ੍ਰੋਡਕਟ ਪਲੈਨਿੰਗ ਇਜ਼ ਰਿਲੇਟਿਡ ਵਿਦ ਦ ਡਿਵੈਲਪਮੈਂਟ ਆਫ ਨਿਊ ਪ੍ਰੋਡਕਟਸ। ਪ੍ਰੋਡਕਟ ਪਲੈਨਿੰਗ ਕਿਸ ਦੇ ਨਾਲ ਰਿਲੇਟਿਡ ਹੁੰਦੀ ਹੈ? ਨਿਊ ਪ੍ਰੋਡਕਟਸ ਦੇ ਮੋਡੀਫਿਕੇਸ਼ਨ ਆਫ ਐਗਜ਼ਿਸਟਿੰਗ ਵਨ ਟੂ ਚੇਂਜਿੰਗ ਦ ਕਸਟਮਰ ਨੀਡਸ, discontinuance of marginal products, the limited and costly resources are so employed as to get the greatest, better and cheaper production। ਠੀਕ ਹੈ। ਇਹ ਚੀਜ਼ਾਂ ਜਦੋਂ ਆਪਾਂ ਸਭ ਪ੍ਰੋਪਰਲੀ ਤਰੀਕੇ ਨਾਲ ਮੈਨੇਜ ਕਰਾਂਗੇ, ਪ੍ਰੋਪਰਲੀ ਤਰੀਕੇ ਨਾਲ ਪਲਾਨ ਕਰਾਂਗੇ, ਜਿਨ੍ਹਾਂ ਤੋਂ ਆਪਾਂ ਨੂੰ ਪ੍ਰੋਫਿਟਸ ਨਹੀਂ ਆ ਰਿਹਾ ਉਹਨਾਂ ਨੂੰ ਆਪਾਂ ਡਿਸਕੰਟੀਨਿਊ ਕਰ ਦਾਂਗੇ ਉਹ ਵਾਲੇ ਪ੍ਰੋਡਕਟਸ ਨੂੰ, ਠੀਕ ਹੈ। ਫਿਰ ਜੋ ਆਪਾਂ ਨੇ ਪ੍ਰੋਪਰ ਤਰੀਕੇ ਨਾਲ ਆਪਾਂ ਮਤਲਬ ਗ੍ਰੇਟੈਸਟ, ਬੈਟਰ ਅਤੇ ਚੀਪਰ ਪ੍ਰੋਡਕਸ਼ਨ ਆਪਾਂ ਡਿਵੈਲਪ ਕਰਾਂਗੇ ਪ੍ਰੋਡਕਟ ਪਲੈਨਿੰਗ ਦੇ ਥਰੂ। It is product planning that rests heavily on the nature and extent of internal resources। product planning ਆਪਣੀ ਬਹੁਤ ਜ਼ਿਆਦਾ ਡਿਪੈਂਡ ਕਰਦੀ ਹੈ ਕਿਸ 'ਤੇ? ਇੰਟਰਨਲ ਰਿਸੋਰਸਿਸ 'ਤੇ। to guarantee firm survival, product is the hope of the firm survival। product ਅਗਰ ਲੌਂਗ ਲਾਸਟਿੰਗ ਹੈ, ਪ੍ਰੋਡਕਟ ਦੀ ਸ਼ੈਲਫ ਲਾਈਫ ਬਹੁਤ ਜ਼ਿਆਦਾ ਅੱਛੀ ਹੈ, ਤਾਂ ਫਰਮ ਦਾ ਕੀ ਚੱਲਦਾ? ਸਰਵਾਈਵਲ। ਅਗਰ ਇੱਕ ਵਾਰ ਪ੍ਰੋਡਕਟ ਮਾਰਕੀਟ ਦੇ ਵਿੱਚ ਬੰਦ ਹੋ ਗਿਆ, ਜਾਂ ਤਾਂ ਪ੍ਰੋਡਕਟ ਨੂੰ ਮੋਡੀਫਾਈ ਕਰਨਾ ਪਏਗਾ ਜਾਂ ਨਿਊ ਪ੍ਰੋਡਕਟ ਉਹਨਾਂ ਨੂੰ ਲਾਂਚ ਕਰਨਾ ਪਏਗਾ, ਅਦਰਵਾਈਜ਼ ਉਹ ਮਾਰਕੀਟ ਦੇ ਵਿੱਚ ਸਟੈਂਡ ਨਹੀਂ ਕਰ ਪਾਉਣਗੇ। The product that meets the ever-changing needs of customers make the firm to survive successfully as it become adaptive। ਠੀਕ ਹੈ। ਦ ਪ੍ਰੋਡਕਟ ਦੈਟ ਮੀਨਸ ਜਦੋਂ ਆਪਣੀ ਚੇਂਜ ਕਰਦਾ ਰਹਿੰਦਾ ਅਕੋਰਡਿੰਗ ਟੂ ਦ ਨੀਡਸ ਆਫ ਅ ਕਸਟਮਰ, ਤਾਂ ਉਹ ਉਹਦਾ ਸਕਸੈਸਫੁਲੀ ਸਰਵਾਈਵ ਕਰਦਾ ਇਨਵਾਇਰਮੈਂਟ ਦੇ ਵਿੱਚ। ਪ੍ਰੋਡਕਟ ਇਨੋਵੇਸ਼ਨ ਐਂਡ ਰੀਨੋਵੇਸ਼ਨ ਆਰ ਦ ਟੂ ਕੀਜ਼ ਵਰਡ। ਪ੍ਰੋਡਕਟ ਇਨੋਵੇਸ਼ਨ
इनोवेशन मतलब न्यू प्रोडक्ट बनाना, न्यू प्रोडक्ट इनोवेट करना, रिनोवेट मतलब कि अपने जो प्रोडक्ट ऑलरेडी एग्जिस्ट कर रहे हैं उसਨੂੰ ਦੁਬਾਰਾ बनाना। ये दो की वर्ड्स ने, ठीक है, are to be given due weightage by the firm that want to survive for many more year to come। ਇਹਨਾਂ ਨੂੰ ਇਹ ਦੋ ਵਰਡਸ ਹਮੇਸ਼ਾ ਧਿਆਨ ਰੱਖਣੇ ਚਾਹੀਦੇ ਅਗਰ ਇਹਨਾਂ ਨੇ ਆਪਣੀ ਕੰਪਨੀ ਦੀ ਸ਼ੈਲਫ ਲਾਈਫ ਨੂੰ ਵਧਾਉਣਾ ਹੈ। This competitive world can bring the best product because the very best is subject to improvement। ਠੀਕ ਹੈ, ਅੱਜ ਕੱਲ੍ਹ ਹਰ ਇੱਕ ਕਿਸੇ ਨੂੰ ਹੁੰਦਾ ਕਿ ਮੈਂ ਬੈਸਟ ਪ੍ਰੋਡਕਟ ਡਿਵੈਲਪ ਕਰਾਂ ਅਤੇ ਹਰ ਕਸਟਮਰ ਨੂੰ ਹੁੰਦਾ ਕਿ ਉਹ ਬੈਸਟ ਪ੍ਰੋਡਕਟ ਯੂਜ਼ ਕਰੇ। ਇਨ ਅਦਰ ਵਰਡਸ ਐਜ਼ ਵੈਰੀ ਬੈਸਟ ਪ੍ਰੋਡਕਟ ਰਿਮੇਨ ਦ ਬੈਸਟ ਫॉर ਅ ਸ਼ਾਰਟਰ ਪੀਰੀਅਡ ਆਫ ਟਾਈਮ। ਹੁਣ ਹਰ ਕੋਈ ਹੁੰਦਾ ਕਿ ਇੱਕ ਪ੍ਰੋਡਕਟ ਬੈਸਟ ਹਮੇਸ਼ਾ ਉਹ ਸ਼ਾਰਟਰ ਪੀਰੀਅਡ ਆਫ ਟਾਈਮ ਲਈ ਹੀ ਬੈਸਟ ਰਹਿੰਦਾ ਹੈ। ਹੁਣ ਜਿੱਦਾਂ ਫੋਰ ਐਨ ਐਗਜ਼ਾਮਪਲ ਆਪਾਂ ਨੋਕੀਆ ਅਤੇ ਸੈਮਸੰਗ ਐਂਡ ਨੋਕੀਆ ਅਤੇ ਐਂਡਰੋਇਡ ਫੋਨਸ ਨੂੰ ਲੈ ਲਓ। ਪਹਿਲਾਂ ਆਪਣੇ ਕਿਹੜੇ ਫੋਨਸ ਚੱਲਦੇ ਸੀ? ਨੋਕੀਆ ਫੋਨ। ਉਹ ਕੁਛ ਟਾਈਮ ਤੱਕ ਹੀ ਬੈਸਟ ਰਹੇ ਕਿਉਂਕਿ ਉਹ ਆਪਾਂ ਨੂੰ ਫੋਨ ਦੀ ਫੈਸਿਲਿਟੀ ਪ੍ਰੋਵਾਈਡ ਕਰਦੇ ਸੀ। ਬਟ ਜਦ ਮਾਰਕੀਟ ਦੇ ਵਿੱਚ ਮਤਲਬ ਆਪਣਾ ਐਂਡਰੋਇਡ ਸਿਸਟਮ ਆਇਆ ਤਾਂ ਨੋਕੀਆ ਨੇ ਉਸਨੂੰ ਕੀ ਨਹੀਂ ਕੀਤਾ, ਅਡੈਪਟ ਨਹੀਂ ਕੀਤਾ। ਤਾਂ ਕੀ ਹੋਇਆ, ਸੈਮਸੰਗ ਹੁਣ ਆਪਾਂ ਨੂੰ ਫਿਰ ਬੈਸਟ ਪ੍ਰੋਡਕਟ ਲੱਗਣ ਲੱਗ ਗਿਆ ਜੋ ਆਪਾਂ ਨੂੰ ਐਂਡਰੋਇਡ ਫੈਸਿਲਿਟੀ ਪ੍ਰੋਵਾਈਡ ਕਰ ਰਿਹਾ। It is the product planning that predicts the likely changes in products, technology, product ideas, input, so the latest can be given to make even the greatest a thing of past. To increase the firm sale. Sales are like milk ਕੈਪੇਬਲ ਆਫ ਗਿਵਿੰਗ ਮਚ ਵਾਰੰਟਿਡ ਕਰੀਮ। ਠੀਕ ਹੈ, ਹੁਣ ਜਿੱਦਾਂ ਆਪਾਂ ਨੂੰ ਸੇਲਸ ਕਿੱਦਾਂ ਹੁੰਦੀ ਹੈ, ਸੇਲ ਆਪਾਂ ਨੂੰ ਇੱਦਾਂ ਹੁੰਦਾ ਨਾ ਕਿ ਆਪਣੇ ਮਿਲਕ ਦੇ ਵਿੱਚੋਂ ਆਪਾਂ ਮੈਕਸੀਮਮ ਟੂ ਮੈਕਸੀਮਮ ਕਰੀਮ ਗੇਨ ਕਰ ਸਕੀਏ। ਠੀਕ ਹੈ, ਦੋ ਦਾ ਅਮਾਊਂਟ ਆਫ ਕਰੀਮ ਡਿਪੈਂਡਸ ਔਨ ਦਾ ਕੁਆਲਿਟੀ ਆਫ ਮਿਲਕ। ਜਿੰਨਾ ਆਪਣਾ ਮਿਲਕ ਅੱਛਾ ਹੁੰਦਾ ਓਨੀ ਅੱਛੀ ਆਪਾਂ ਨੂੰ ਕੀ ਮਿਲਦੀ ਹੈ, ਕਰੀਮ ਮਿਲਦੀ ਹੈ। ਠੀਕ ਹੈ, ਜਿੰਨਾ ਆਪਣਾ ਪ੍ਰੋਡਕਟ ਅੱਛਾ ਹੋਏਗਾ ਓਨੀ ਹੀ ਆਪਾਂ ਨੂੰ ਸੇਲ ਮਿਲੇਗੀ, ਓਨੀ ਹੀ ਆਪਣੀ ਸੇਲ ਇਨਕਰੀਜ਼ ਹੋਏਗੀ। ਠੀਕ ਹੈ, every firm rests on sale as the only source of income to meet the outgoes and retain decent margin to justify its hard work of putting resources and taking risk। ਹਰ ਕੰਪਨੀ ਜਿੰਨਾ ਅੱਛੀ ਸੇਲ ਉਹ ਕਰੇਗੀ ਉਨੀ ਹੀ ਉਸਦੀ ਇਨਕਮ ਅੱਛੀ ਹੋਏਗੀ ਤਾਂ ਉਹ ਆਪਣੇ ਪ੍ਰੋਡਕਟ ਨੂੰ ਜਸਟੀਫਾਈ ਕਰ ਸਕਦੀ ਹੈ, ਉਹ ਆਪਣੇ ਪ੍ਰੋਡਕਟ ਨੂੰ ਉਸਦੀ ਪ੍ਰੋਡਕਟ ਦੀ ਸ਼ੈਲਫ ਲਾਈਫ ਇਨਕਰੀਜ਼ ਹੋ ਸਕਦੀ ਹੈ ਕਿਉਂਕਿ ਜਿੰਨੀ ਆਪਣੀ ਸੇਲ ਅੱਛੀ ਹੋਏਗੀ। This is a very significant aspect in these days of keen competition where one unit is cutting the throat of another diplomatically। ठीक है, ਹੁਣ ਇੱਕ ਯੂਨਿਟ ਕੱਟ ਥਰੋਟ ਸਿਸਟਮ ਚੱਲ ਰਿਹਾ। ਕੱਟ ਥਰੋਟ ਸਿਸਟਮ ਕੀ ਹੁੰਦਾ ਕਿ ਮਤਲਬ ਲਾਈਕ ਆਪਾਂ ਮੈਨ ਨੂੰ ਕੱਟ ਕਰ ਰਿਹਾ। ਠੀਕ ਹੈ, ਆਪਾਂ ਇਹ ਚੀਜ਼ ਕਹਿ ਦਿੰਦੇ ਹਾਂ ਕਿ ਕੰਪਨੀ ਨੂੰ ਕੱਟ ਕਰ ਰਹੀ ਹੈ। ਅੱਜ ਕੁਛ ਪ੍ਰੋਡਕਟ ਹੈ, ਕੱਲ੍ਹ ਕੁਛ ਪ੍ਰੋਡਕਟ ਹੈ। ਹਰ ਕੋਈ ਡਿਪਲੋਮੈਟਿਕ ਵਰਡ ਹੈ, ਸਭ ਆਪਣੇ ਲਈ ਹੀ ਕੰਮ ਕਰ ਰਹੇ ਹੈ। ਠੀਕ ਹੈ, ਅੱਜ ਤੁਹਾਡਾ ਪ੍ਰੋਡਕਟ ਅੱਛਾ ਹੈ, ਇਹ ਨਹੀਂ ਹੋ ਸਕਦਾ ਕਿ ਤੁਹਾਡਾ ਵਿਦਨ 10 ਮਿੰਟਸ ਤੁਹਾਡਾ ਪ੍ਰੋਡਕਟ ਦੀ ਬਹੁਤ ਜ਼ਿਆਦਾ ਮਤਲਬ ਉਸਦੀ ਪ੍ਰੋਡਕਟ ਨੂੰ ਡਿਪਰੂਵਮੈਂਟ ਮਿਲ ਜੇ। ਠੀਕ ਹੈ, ਡਿਸਕੰਟੀਨਿਊਐਂਸ ਕਰਨੀ ਪੈ ਜੇ ਤੁਹਾਨੂੰ ਆਪਣੇ ਪ੍ਰੋਡਕਟ ਦੀ। ਦਿਸ ਸਰਵਾਈਵਲ ਵਿਦ ਸਕਸੈਸ ਇਜ਼ ਮੇਡ ਪੋਸੀਬਲ ਬਾਈ ਪ੍ਰੋਡਕਟ ਪਲੈਨਿੰਗ that gauges the nature and extent of competition on one hand and contracts with changed product price promotion and distribution strategies। ਠੀਕ ਹੈ, ਤਾਂ ਇਸ ਕਰਕੇ ਆਪਾਂ ਨੂੰ ਪ੍ਰੋਡਕਟ ਪਲੈਨਿੰਗ ਬਹੁਤ ਇੰਪੋਰਟੈਂਟ ਹੈ। ਇਹ ਸਾਰੇ ਪ੍ਰੋਡਕਟ ਦੇ ਓਬਜੈਕਟਿਵਸ ਨੇ। ਪਹਿਲਾਂ ਕੀ ਹੈ ਕਿ ਕਸਟਮਰ ਦੀ ਨੀਡਸ ਆਪਾਂ ਨੂੰ ਪ੍ਰੋਪਰ ਤਰੀਕੇ ਨਾਲ ਦਿਖ ਜਾਂਦੀਆਂ ਨੇ। ਫਿਰ ਆਪਾਂ ਨੂੰ ਆਪਣੀ ਕੰਪਨੀ ਦੀ ਸਟਰੈਂਥ ਅਤੇ ਵੀਕਨੈਸ 'ਤੇ ਆਪਾਂ ਨੂੰ ਸਪੋਟਲਾਈਟ ਪੈਂਦੀ ਹੈ। ਫਿਰ ਆਪਾਂ ਬੈਟਰ ਯੂਟੀਲਾਈਜ਼ ਕਰ ਸਕਦੇ ਹਾਂ ਆਪਣੇ ਰਿਸੋਰਸਿਸ। ਫਿਰ ਆਪਾਂ ਕੀ ਕਰ ਸਕਦੇ ਹਾਂ, ਆਪਣੀ ਕੰਪਨੀ ਨੂੰ ਆਪਾਂ ਮੈਕਸੀਮਮ ਟੂ ਮੈਕਸੀਮਮ ਸਰਵਾਈਵਲ ਦੇ ਸਕਦੇ ਹਾਂ, ਕੰਪਨੀ ਨੂੰ ਸ਼ੈਲਫ ਲਾਈਫ ਕੰਪਨੀ ਦੀ ਇਨਕਰੀਜ਼ ਕਰ ਸਕਦੇ ਹਾਂ। ਫਿਰ ਆਪਾਂ ਪ੍ਰੋਡਕਟ ਪਲੈਨਿੰਗ ਦੇ ਥਰੂ ਆਪਣੀ ਫਰਮ ਦੀ ਸੇਲਸ ਨੂੰ ਇਨਕਰੀਜ਼ ਕਰ ਸਕਦੇ ਹਾਂ ਥਰੂ ਪ੍ਰੋਪਰ ਪ੍ਰੋਡਕਟ ਪ੍ਰਾਈਸ ਪ੍ਰਮੋਸ਼ਨ ਐਂਡ ਡਿਸਟਰੀਬਿਊਸ਼ਨ ਸਟ੍ਰੈਟੇਜੀਜ਼ ਨੂੰ ਪ੍ਰੋਪਰਲੀ ਮੇਨਟੇਨ ਕਰਕੇ। ਨੈਕਸਟ ਕੀ ਕੰਪੋਨੈਂਟਸ ਆਫ ਪ੍ਰੋਡਕਟ ਪਲੈਨਿੰਗ। ਪ੍ਰੋਡਕਟ ਪਲੈਨਿੰਗ ਦੇ ਵਿੱਚ ਕੀ ਕੰਪੋਨੈਂਟਸ ਆਉਂਦੇ ਨੇ? ਹੁਣ ਪ੍ਰੋਡਕਟ ਇਨੋਵੇਸ਼ਨ, ਕਿ ਪ੍ਰੋਡਕਟ ਨੂੰ ਤੁਸੀਂ ਨਿਊਲੀ ਡਿਵੈਲਪ ਕਰ ਰਹੇ ਹੋ। ਪ੍ਰੋਡਕਟ ਡਿਵਰਸੀਫਿਕੇਸ਼ਨ, ਪ੍ਰੋਡਕਟ ਨੂੰ ਸਟੈਂਡਰਡਾਈਜ਼ ਕਰ ਰਹੇ ਹੋ, ਪ੍ਰੋਡਕਟ ਨੂੰ ਡਿਵਰਸੀਫਾਈ ਕਰ ਰਹੇ ਹੋ, ਪ੍ਰੋਡਕਟ ਨੂੰ ਐਲੀਮੀਨੇਟ ਕਰ ਰਹੇ ਹੋ ਜੋ ਪ੍ਰੋਡਕਟ ਤੁਹਾਨੂੰ ਪ੍ਰੋਫਿਟ ਨਹੀਂ ਦੇ ਰਿਹਾ। ਫਸਟ ਹੈ ਆਪਣਾ ਪ੍ਰੋਡਕਟ ਇਨੋਵੇਸ਼ਨ। ਇਨੋਵੇਸ਼ਨ ਇਜ਼ ਅ ਫੰਡਾਮੈਂਟਲ ਟੂ ਬੋਥ growth and change, and most marketing firms and industrial units will be unable to survive in the area of massive market competition if they fail to innovate। ਠੀਕ ਹੈ, ਅਗਰ ਕੋਈ ਫਰਮ ਇਨੋਵੇਟ ਨਹੀਂ ਕਰ ਪਾਉਂਦੀ ਅੱਛੇ ਤਰੀਕੇ ਨਾਲ, ਗਰੋਥ ਨਹੀਂ ਕਰ ਪਾਉਂਦੀ, ਆਪਣੇ ਆਪ ਨੂੰ ਚੇਂਜ ਨਹੀਂ ਕਰ ਪਾਉਂਦੀ, ਉਸਦਾ ਇੱਕ ਹਾਰਡਲੀ ਹੀ ਉਹ ਇੱਕ ਮਾਰਕੀਟ ਦੇ ਵਿੱਚ ਸਟੇਬਲ ਰੱਖ ਕਰ ਸਕਦੀ ਹੈ, ਨਹੀਂ ਉਹ ਬਿਲਕੁਲ ਫੇਲ ਹੋ ਜਾਏਗੀ। The business conditions are so fast changing, making them to innovate or perish।
ਠੀਕ ਹੈ। ਬਿਜ਼ਨਸ ਕੰਡੀਸ਼ਨਸ ਇੰਨੀਆਂ ਚੇਂਜ ਹੋ ਰਹੀਆਂ ਨੇ ਕਿ ਜਾਂ ਤਾਂ ਉਹਨਾਂ ਨੂੰ ਇਨੋਵੇਟ ਕਰਨਾ ਪਏਗਾ ਜਾਂ ਉਹਨਾਂ ਦੀ ਖਰਾਬ ਹੋ ਜਾਏਗੀ ਪੈਰਿਸ਼, ਉਹਨਾਂ ਦਾ ਬਿਜ਼ਨਸ ਖਰਾਬ ਹੋ ਜਾਏਗਾ। ਐਂਡ ਇਨੋਵੇਸ਼ਨ ਇਜ਼ ਦਾ ਅਡੋਪਸ਼ਨ ਆਫ ਨਿਊ ਆਈਡੀਆ। ਇਨੋਵੇਸ਼ਨ ਮਤਲਬ ਕਿ ਆਪਾਂ ਨਿਊ ਆਈਡੀਆ ਨੂੰ ਫੋਲੋ ਕਰ ਰਹੇ ਹਾਂ, ਨਿਊ ਪ੍ਰੋਡਕਟ ਲੈ ਕੇ ਆ ਰਹੇ ਹਾਂ, ਨਿਊ ਪ੍ਰੋਸੈਸ ਲੈ ਕੇ ਆ ਰਹੇ ਹਾਂ ਵਿਚ ਇਜ਼ ਪ੍ਰੋਸਪੈਕਟਿਵਲੀ ਯੂਜ਼ਫੁਲ। The idea of innovation is much broader than invention. Innovation ਦਾ ਆਈਡੀਆ broader ਹੈ invention ਨਾਲੋਂ। Invention ਕਿਸ ਨੂੰ ਕਹਿੰਦੇ ਆ? To physical output of either physical product or a physical system and exclude sub inventions development or what are called routine innovations। ਠੀਕ ਹੈ। ਇਨਵੈਂਸ਼ਨ ਦੇ ਵਿੱਚ ਆਪਾਂ ਸਿਰਫ ਫਿਜ਼ੀਕਲ ਪ੍ਰੋਡਕਟ ਨੂੰ ਦੇਖਦੇ ਹਾਂ ਕਿ ਕੀ ਇਨਵੈਂਟ ਹੋਇਆ, ਇਹਦੇ ਵਿੱਚ ਸਭ ਚੀਜ਼ਾਂ ਐਕਸਕਲੂਡ ਹੋ ਜਾਂਦੀਆਂ ਨੇ ਕਿ ਉਹਦੀਆਂ ਸਬ ਇਨਵੈਂਸ਼ਨਸ ਕੀ ਸੀਗੀਆਂ, ਉਸਦੀ ਡਿਵੈਲਪਮੈਂਟ ਕਿਵੇਂ ਹੋਈ ਪ੍ਰੋਡਕਟ ਦੀ। ਰੂਟੀਨ ਇਨੋਵੇਸ਼ਨ ਇਹਦੇ ਵਿੱਚ ਮਤਲਬ ਐਕਸਕਲੂਡ ਹੋ ਜਾਂਦੀ ਹੈ। ਇਨ ਦਿਸ ਸੈਂਸ ਇਨਵੈਂਸ਼ਨ is the antithesis of evolution or the relatively straightforward application of existing knowledge। ਠੀਕ ਹੈ। ਐਗਜ਼ਿਸਟਿੰਗ ਨੌਲੇਜ ਨੂੰ ਆਪਾਂ ਮਤਲਬ ਐਵੋਲਿਊਟ ਕਰ ਰਹੇ ਹਾਂ, ਉਸਨੂੰ ਆਪਾਂ ਮੋਡੀਫਾਈ ਕਰ ਰਹੇ ਹਾਂ। ਐਵਰੀ ਚੇਂਜ ਇਜ਼ ਨਾਟ ਐਨ ਇਨੋਵੇਸ਼ਨ। ਹਰ ਕੋਈ ਚੇਂਜ ਆਪਾਂ ਲੈ ਕੇ ਆਉਂਦੇ ਹਾਂ ਉਸਨੂੰ ਆਪਾਂ ਇਨੋਵੇਸ਼ਨ ਨਹੀਂ ਕਹਿੰਦੇ। ਇਨੋਵੇਸ਼ਨ ਇਜ਼ ਅ ਪ੍ਰੈਜ਼ੈਂਟ ਓਨਲੀ ਵੈਨ ਦਾ ਇਨੋਵੇਟਰ ਇਜ਼ ਰਿਕੁਆਇਰਡ ਟੂ ਇੰਗੇਜਡ ਇਨ ਅ ਪ੍ਰੋਡਕਟਿਵ ਪ੍ਰੋਬਲਮ ਸੋਲਵਿੰਗ। ਠੀਕ ਹੈ। ਇਹ ਨਹੀਂ ਹੈਗਾ ਕਿ ਅੱਜ ਆਪਾਂ ਨੇ ਟੈਕਨੀਕ ਚੇਂਜ ਕਰ ਲਈ ਤਾਂ ਆਪਾਂ ਉਸ ਨੂੰ ਇਨੋਵੇਸ਼ਨ ਕਹਿ ਦਾਂਗੇ। ਨੋ, ਇਨੋਵੇਸ਼ਨ ਇਨੋਵੇਟਰ 'ਤੇ ਡਿਪੈਂਡ ਕਰਦਾ ਕਿ ਉਹ ਕਿਵੇਂ ਪ੍ਰੋਬਲਮ ਨੂੰ ਸੋਲਵ ਕਰਦਾ ਹੈ। ਇਟ ਇਜ਼ ਦ ਡਿਜ਼ਾਈਨ ਐਂਡ ਦ ਡਿਵੈਲਪਮੈਂਟ ਆਫ ਸਮਥਿੰਗ ਨਿਊ ਐਜ਼ ਯੈਟ ਅਨਨੋਨ ਐਂਡ ਨਾਟ ਇਨ ਐਗਜ਼ਿਸਟੈਂਸ ਵਿਚ ਵਿਲ ਐਸਟੈਬਲਿਸ਼ ਅ ਨਿਊ ਇਕਨੋਮਿਕ ਕਨਫੀਗਰੇਸ਼ਨ ਆਊਟ ਆਫ ਓਲਡ। ਠੀਕ ਹੈ। ਇਹਦੇ ਵਿੱਚ ਕੀ ਹੁੰਦਾ ਕਿ ਆਪਾਂ ਡਿਜ਼ਾਈਨ ਅਤੇ ਡਿਵੈਲਪਮੈਂਟ ਇੱਕ ਪ੍ਰੋਡਕਟ ਦੀ ਨਿਊਲੀ ਤਰੀਕੇ ਨਾਲ ਕਰੀਏ ਜੋ ਅੱਜ ਤੱਕ ਮਾਰਕੀਟ ਦੇ ਵਿੱਚ ਨਹੀਂ ਆਈ, ਉਸਨੂੰ ਇੱਕ ਨਿਊ ਇਕਨੋਮਿਕ ਕਨਫੀਗਰੇਸ਼ਨ ਮਿਲੇ out of old and the existing elements. Innovation induce demand and seek an opportunity to serve the present and potential market at a profit. It is means to translate ideas into product and products into profit. ਆਪਣੇ ਆਈਡੀਆਜ਼ ਨੂੰ ਪ੍ਰੋਡਕਟ ਦੇ ਵਿੱਚ ਚੇਂਜ ਕਰਨਾ, ਫਿਰ ਆਪਣੇ ਪ੍ਰੋਡਕਟਸ ਨੂੰ ਪ੍ਰੋਫਿਟਸ ਦੇ ਵਿੱਚ ਚੇਂਜ ਕਰਨਾ। ਇਨੋਵੇਸ਼ਨ ਇੱਕ ਆਈਡੀਆ ਹੈ ਜਸਟ। ਇਨੋਵੇਸ਼ਨ ਵਿਲ ਚੇਂਜ ਦਾ ਕੰਜ਼ਿਊਮਰਸ ਵਾਂਟਸ। ਹੁਣ ਠੀਕ ਹੈ। ਇਨੋਵੇਸ਼ਨ ਅਗਰ ਨਾ ਹੁੰਦੀ ਤਾਂ ਕਸਟਮਰਸ ਨੂੰ ਪਤਾ ਕੀ ਲੱਗਦਾ ਐਂਡਰੋਇਡ ਫੋਨ ਦੀ ਕੀ ਮਤਲਬ ਇੰਪੋਰਟੈਂਸ ਹੈ। ਇਨੋਵੇਸ਼ਨ ਇਹੀ ਇਨੋਵੇਸ਼ਨ ਹੁੰਦੀ ਹੈ। ਠੀਕ ਹੈ। ਕ੍ਰੀਏਟਸ ਨਿਊ ਵਨਸ, ਨਈ ਡਿਮਾਂਡ ਮਤਲਬ ਆਪਾਂ ਜਨਰੇਟ ਕਰਦੇ ਹਾਂ। ਐਕਸਟੈਂਗੁਇਸ਼ ਓਲਡ ਵਨਸ, ਓਲਡ ਵਨ ਨੂੰ ਆਪਾਂ ਮਤਲਬ ਐਕਸਟੈਂਡ ਕਰ ਦਿੰਦੇ ਹਾਂ, ਡਿਲੀਟ ਕਰ ਦਿੰਦੇ ਹਾਂ। ਕ੍ਰੀਏਟ ਨਿਊ ਵੇਜ਼ ਆਫ ਸੈਟਿਸਫਾਈਂਗ ਹਿਜ਼ ਵਾਂਟ, ਚੇਂਜ ਹਿਜ਼ ਕੰਸੈਪਟ ਆਫ ਵੈਲਿਊ ਔਰ ਮੇਕ ਇਟ ਪੋਸੀਬਲ ਟੂ ਗਿਵ ਹਿਮ ਗ੍ਰੇਟਰ ਵੈਲਿਊ ਸੈਟਿਸਫੈਕਸ਼ਨ। ਨੈਕਸਟ ਆਪਾਂ ਪ੍ਰੋਡਕਟ ਡਿਵਰਸੀਫਿਕੇਸ਼ਨ ਕੱਲ੍ਹ ਦੀ ਕਲਾਸ ਦੇ ਵਿੱਚ ਕੰਟੀਨਿਊ ਕਰਦੇ ਹਾਂ। ਥੈਂਕ ਯੂ।